ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਅੱਜ ਦਾਸ ਕੱਚੇ ਗੁਰੂ ਦੇ ਲੱਛਣ ਕੀ ਹੁੰਦੇ ਆ ਤੇ ਕੱਚੇ ਗੁਰੂ ਤੇ ਕੀਤਾ ਜਿਹੜਾ ਨਾ ਭਰੋਸਾ ਹੈਗਾ, ਇਹ ਕਿਵੇਂ ਇਨਸਾਨ ਦੀ ਜ਼ਿੰਦਗੀ ਨੂੰ ਤਬਾਹ ਕਰਕੇ ਰੱਖ ਦਿੰਦਾ। ਇਸ ਦੇ ਉੱਤੇ ਆਪਣੀ ਇੱਕ ਤਿਲ ਮਾਤਰ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਜਿਵੇਂ ਕਿ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਜਦੋਂ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਦਿੱਲੀ ਦੇ ਵਿੱਚ ਸਰੀਰ ਛੱਡਣ ਤੋਂ ਪਹਿਲਾਂ ਸਾਰੀ ਸੰਗਤ ਨੂੰ ਇਹ ਇਸ਼ਾਰਾ ਕੀਤਾ ਕਿ ਬਾਬਾ ਬਸੇ ਗ੍ਰਾਮ ਬਕਾਲੇ, ਕਿ ਜਿਹੜਾ ਅਗਲਾ ਗੁਰੂ ਹੈ ਨਾ ਉਹ ਬਾਬੇ ਬਕਾਲੇ ਵਿਖੇ ਹੋਵੇਗਾ। ਦੇਖੋ, ਇਹ ਭਵਿੱਖ ਬਚਨ ਜਿਹੜਾ ਹੈ ਨਾ ਉੱਥੋਂ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਕੀਤਾ। ਲੇਕਿਨ ਹੁਣ ਕੌਣ ਗੁਰੂ ਹੋਏਗਾ, ਉਹਦਾ ਕੀ ਨਾਂ ਹੋਏਗਾ, ਇਹਦੇ ਬਾਰੇ ਕੋਈ ਨਹੀਂ ਜਾਣਦਾ ਹੈਗਾ। ਪਰ ਸੁਭਾਵਿਕ ਸੀਗਾ ਕਿ ਸੰਗਤਾਂ ਦਾ ਗੁਰੂ ਦੇ ਨਾਲ ਡਾਢਾ ਪਿਆਰ ਸੀਗਾ। ਸੋ ਗੁਰੂ ਹਰਕ੍ਰਿਸ਼ਨ ਮਹਾਰਾਜ ਤੋਂ ਬਾਅਦ ਸੰਗਤਾਂ ਦਾ ਰੁੱਖ ਬਾਬੇ ਬਕਾਲੇ ਵੱਲ ਜਿਹੜਾ ਸੀਗਾ ਆਉਣਾ ਕੁਦਰਤੀ ਸੀਗਾ। ਪਰ ਇੱਥੇ ਦੇਖੋ, ਉਸ ਟਾਈਮ ਦੇ ਵਿੱਚ ਸਾਰੀਆਂ ਸੰਗਤਾਂ ਜਿਵੇਂ ਸੁਭਾਵਿਕ ਜਾਣਦੀਆਂ ਕਿ 22 ਗੁਰੂ ਜਿਹੜੇ ਦਾਅਵੇਦਾਰ ਬਣ ਕੇ ਮੰਜੀਆਂ ਢਾ ਕੇ ਆਪੋ ਆਪਣੇ ਦੀਵਾਨ ਸਜਾ ਕੇ ਬੈਠ ਗਏ ਸੀਗੇ। 22 ਗੁਰੂ ਉਸ ਟਾਈਮ ਬੈਠੇ ਸੀਗੇ ਤੇ 22 ਨੇ ਆਪਣੇ ਆਪ ਨੂੰ ਦਾਅਵਾ ਕੀਤਾ ਸੀਗਾ ਕਿ ਅਗਲਾ ਗੁਰੂ ਮੈਂ ਆ, ਅਗਲਾ ਗੁਰੂ ਮੈਂ ਆ, ਅਗਲਾ ਗੁਰੂ ਮੈਂ ਆ। ਦੇਖੋ, ਸੰਗਤਾਂ ਵੀ ਆਉਂਦੀਆਂ ਹੈਗੀਆਂ ਬਾਬੇ ਬਕਾਲੇ, ਪਰ 22 ਮੰਜੀਆਂ ਦੇਖ ਕੇ ਸੰਗਤਾਂ ਹੈਰਾਨ ਵੀ ਹੋ ਜਾਂਦੀਆਂ, ਸੋਚਾਂ ਵਿੱਚ ਵੀ ਪੈ ਜਾਂਦੀਆਂ ਕਿ ਗੁਰੂ ਤਾਂ ਇੱਕੋ ਹੀ ਆ, ਲੇਕਿਨ ਇੱਥੇ 22 ਦਾਅਵੇਦਾਰ ਬੈਠੇ ਹੈਗੇ, ਅਸਲੀ ਗੁਰੂ ਕੌਣ ਆ। ਪਰ ਦੇਖੋ, ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਗੁਰੂ ਹਰਕ੍ਰਿਸ਼ਨ ਮਹਾਰਾਜ ਤੱਕ ਉਸ ਟਾਈਮ ਸਿੱਖੀ ਦਾ ਪ੍ਰਚਾਰ ਜਿਹੜਾ ਸੀਗਾ ਉਹ ਕਾਫੀ ਸਿਖਰਾਂ 'ਤੇ ਸੀਗਾ। ਪਰ ਫਿਰ ਵੀ ਸੰਗਤਾਂ ਦੇ ਵਿੱਚ ਇੱਕ ਦੁਚਿੱਤੀ ਆ ਗਈ ਸੀਗੀ ਕਿ ਅਸਲ ਗੁਰੂ ਕੌਣ ਹੈਗਾ। ਪਰ ਸੰਗਤਾਂ ਅਸਲ ਗੁਰੂ ਨੂੰ ਪਛਾਣ ਨਹੀਂ ਸਕੀਆਂ ਕਿਉਂਕਿ ਸਾਰੇ ਦਾਅਵੇਦਾਰ ਬੈਠੇ ਸੀਗੇ। ਪਰ ਫਿਰ ਵੀ ਉਸ ਟਾਈਮ ਕੁਦਰਤ ਨੇ ਇੱਕ ਐਸੀ ਖੇਡ ਖੇਡੀ ਆ ਜਾਂ ਰਚੀ ਆ ਜਾਂ ਕਾਰਨ ਬਣਾਇਆ ਹੈਗਾ ਕਿ ਕਿਵੇਂ ਬਾਬਾ ਮੱਖਣ ਸ਼ਾਹ ਲਵਾਣੇ ਜੀ ਦਾ ਜਹਾਜ਼ ਜਿਹੜਾ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਜਦ ਪਾਣੀ ਦੇ ਵਿੱਚ ਡੁੱਬਣ ਕਿਨਾਰੇ ਆਇਆ, ਫਿਰ ਸਾਰੀ ਇਹ ਖੇਡ ਬਣੀ, ਫਿਰ ਗੁਰੂ ਤੇਗ ਬਹਾਦਰ ਮਹਾਰਾਜ ਪ੍ਰਗਟ ਹੋਏ ਆ। ਇਹ ਸਾਰਾ ਕੁਛ ਹੈ ਨਾ ਉਸ ਅਕਾਲ ਪੁਰਖ ਨੇ ਫਿਰ ਕਾਰਨ ਬਣਾਇਆ। ਕਹਿਣ ਦਾ ਭਾਵ ਇਹ ਸੀਗਾ ਕਿ 22 ਗੁਰੂਆਂ ਦੀ ਪਛਾਣ ਉਸ ਟਾਈਮ ਸੰਗਤਾਂ ਦੇ ਵਿੱਚ ਹੋਈ ਨਹੀਂ। ਅਗਰ 22 ਗੁਰੂਆਂ ਦੀ ਪਛਾਣ ਦੇ ਵਿੱਚੋਂ ਅਸਲੀ ਗੁਰੂ ਦੀ ਪਛਾਣ ਹੋ ਜਾਂਦੀ, ਜੋ 22 ਤੋਂ ਵੱਖਰਾ ਹੋ ਕੇ ਬੈਠੇ ਸੀ, ਉਹ ਸੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਜਿਹੜੇ 24 ਘੰਟੇ ਠੇ ਪੈਰ ਭੋਰੇ ਦੇ ਵਿੱਚ ਰਹਿੰਦੇ ਸੀਗੇ। ਸੋ ਕਹਿਣ ਤੋਂ ਭਾਵ ਇਹ ਆ ਕਿ ਅਗਰ ਇੰਨੇ ਸਾਲਾਂ ਬਾਅਦ ਇੰਨੀ ਮਿਹਨਤ, ਇੰਨੇ ਪ੍ਰਚਾਰ ਤੋਂ ਬਾਅਦ 22 ਗੁਰੂਆਂ ਦੀ ਅਸਲੀ ਪਛਾਣ ਨਹੀਂ ਹੋਈ ਤਾਂ ਦੇਖੋ ਹੁਣ ਸਮਾਂ ਕਿੱਦਾਂ ਦਾ ਆ ਗਿਆ ਹੈਗਾ। ਹੁਣ ਕਿੰਨੇ ਜਿਹੜੇ ਗੁਰੂ ਆ ਨਕਲੀ ਬਣ ਕੇ ਥਾਂ ਥਾਂ ਆਪਣੇ ਡੇਰੇ ਬਣਾ ਕੇ ਬੈਠੇ ਆ ਤੇ ਸੰਗਤਾਂ ਦੇ ਵਿੱਚ ਅਗਿਆਨਤਾ ਵੀ ਘਟ ਗਈ ਹੈ। ਬਹੁਤ ਜ਼ਿਆਦਾ ਅਗਿਆਨਤਾ ਘਟੀ ਆ। ਕਿਉਂ ਘਟੀ ਆ? ਕਿਉਂਕਿ ਸੰਗਤ ਗਿਆਨ ਪ੍ਰਾਪਤ ਕਰਨਾ ਨਹੀਂ ਚਾਹੁੰਦੀ ਹੈਗੀ, ਗੁਰਬਾਣੀ ਪੜ੍ਹਨਾ ਨਹੀਂ ਚਾਹੁੰਦੀ, ਵਿਚਾਰਨਾ ਨਹੀਂ ਚਾਹੁੰਦੀ, ਸੋਝੀ ਨਹੀਂ ਲੈਣਾ ਚਾਹੁੰਦੀ, ਜਿਸ ਕਰਕੇ ਇਹਨਾਂ ਗੁਰੂਆਂ ਦੇ ਜੋ ਨਕਲੀ ਗੁਰੂ ਇਹਨਾਂ ਦੇ ਚੱਕਰਾਂ ਦੇ ਵਿੱਚ ਫਸ ਜਾਂਦੀ ਹੈ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਬਹੁਤ ਸੋਝੀ ਬਖਸ਼ੀ ਹੈ ਇਨਸਾਨ ਨੂੰ। ਇਹਦੇ ਵਿੱਚ ਇਹ ਦੱਸਿਆ ਹੈਗਾ ਕਿ ਅਗਰ ਬਾਬਾ ਫਰੀਦ ਵਰਗੇ, ਬਾਬਾ ਕਬੀਰ ਵਰਗੇ ਵੱਡੇ ਵੱਡੇ ਜਿਹੜੇ ਸ਼੍ਰੋਮਣੀ ਮਹਾਂਪੁਰਖ ਹੋਏ ਆ, ਉਹ ਵੀ ਕਿਸੇ ਟਾਈਮ ਗੁਰੂ ਦੀ ਪਛਾਣ ਕਰਨ ਦੇ ਵਿੱਚ ਕਈ ਵਾਰ ਜਿਹੜਾ ਹੈ ਨਾ ਉਹ ਪਹਿਲੇ ਪਹਿਲ ਦੇ ਵਿੱਚ ਧੋਖਾ ਖਾ ਜਾਂਦੇ ਸੀਗੇ। ਜਿਵੇਂ ਗੁਰਬਾਣੀ ਦਾ ਫਰਮਾਨ ਹੈਗਾ ਕਿ ਮੈਂ ਜਾਤਾ ਬਡਹੰਸ ਹੈ ਤਾਂ ਮੈਂ ਕੀਆ ਸੰਗ, ਜੇ ਜਾਣਾ ਬਗ ਬੱਪੜਾ ਜਮ ਨਾ ਭੇਡੀ ਅੰਗ। ਕਿ ਮੈਂ ਜਾਣਿਆ ਸੀਗਾ ਕਿ ਇਹ ਹੰਸ ਤੋਂ ਵੀ ਵੱਡਾ ਵਾ, ਜਿਹੜਾ ਵਾ ਬਡਹੰਸ ਹੈਗਾ, ਫਿਰ ਮੈਂ ਇਹਦਾ ਸੰਗ ਕੀਤਾ। ਪਰ ਜਦੋਂ ਮੈਨੂੰ ਇਹਦੀ ਅਸਲੀਅਤ ਦਾ ਪਤਾ ਲੱਗਾ, ਫਿਰ ਮੇਰੇ ਮਨ 'ਚ ਸਿਰਫ ਪਛਤਾਵਾ ਰਹੇਗਾ ਕਿ ਇੰਨਾ ਸਮਾਂ, ਇੰਨੀ ਸੇਵਾ, ਇੰਨਾ ਟਾਈਮ ਜਿਹੜਾ ਮੈਂ ਕੱਚੇ ਗੁਰੂ ਦੀ ਸੇਵਾ ਦੇ ਵਿੱਚ ਜੁੜ ਕੇ ਕਰ ਦਿੱਤਾ ਹੈਗਾ, ਮੇਰਾ ਸਾਰਾ ਵਿਅਰਥ ਚਲਿਆ ਗਿਆ। ਇਸ ਤਰ੍ਹਾਂ ਅਸੀਂ ਬਹੁਤ ਸਾਰੇ ਜਿਹੜੇ ਮਹਾਤਮਾ ਜਿਵੇਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਣਾ ਦੇ ਜੀਵਨ ਦੇ ਵਿੱਚ ਵੀ ਦੇਖਦੇ ਹਾਂ ਕਿ ਕਿਵੇਂ ਉਹ ਵੀ ਜਿਹੜੇ ਸੀ ਉਹ ਇੱਕ ਕੱਚਾ ਗੁਰੂ ਜਿਹੜਾ ਮਹਾਤਮਾ ਸੀਗਾ, ਪਹਿਲਾਂ ਉਹਦੇ ਨਾਲ ਉਹਨਾਂ ਦਾ ਸਨੇਹ ਹੋਇਆ ਸੀਗਾ, ਪਰ ਜਦੋਂ ਭਾਈ ਸਾਹਿਬ ਹੁਣਾਂ ਨੂੰ ਉਹਦੀ ਅਸਲੀਅਤ ਦਾ ਪਤਾ ਲੱਗਾ, ਫਿਰ ਯਕਦਮ ਇਹਨੂੰ ਤਜਾਂਦਲੀ ਦੇ ਕੇ ਜਿਹੜੇ ਸੀ ਉੱਥੋਂ ਚਲੇ ਗਏ ਸੀਗੇ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਕੱਚੇ ਗੁਰੂ ਦੀਆਂ ਅਸਲ 'ਚ ਨਿਸ਼ਾਨੀਆਂ ਕੀ ਹੁੰਦੀਆਂ। ਪਰ ਜੇ ਆਪਾਂ ਥੋੜ੍ਹਾ ਜਿਹਾ ਗੌਰ ਨਾਲ ਦੇਖੀਏ ਹੈ ਨਾ, ਇਹ ਕੱਚੇ ਗੁਰੂ ਦੋ ਬਾਜਰੇ ਦੀ ਸ਼ਕਲ ਦੇ ਹੁੰਦੇ ਆ। ਭਾਵ ਕੀ ਹੈ ਕਿ ਇਹਨਾਂ ਨੇ ਜਿਹੜਾ ਹੈ ਨਾ ਇਹ ਸ਼ਿਕਾਰੀਪਨ ਜਾਂ ਸ਼ਿਕਾਰੀ ਰੁੱਖ ਬਣਾ ਰੱਖਿਆ ਹੈ। ਉਹਦੇ ਬਹੁਤ ਵੱਡੀ ਚਲਾਕੀ, ਚੁਸਤੀ, ਸਿਆਣਪ ਦੇ ਨਾਲ ਇਹ ਸ਼ਿਕਾਰ ਕਰਦੇ ਆ।
ਜਿਵੇਂ ਕਿਵੇਂ ਕਰਦੇ ਆ, ਜਿਵੇਂ ਮਹਾਤਮਾ ਦੱਸਦੇ ਆ ਕਿ ਇਹਦੇ ਵਿੱਚ ਇਹ ਜਿਹੜਾ ਹੈ ਨਾ ਚੋਗਾ ਹੈਗਾ, ਜਿਵੇਂ ਸ਼ਿਕਾਰੀ ਆ ਉਹਨੇ ਪੰਛੀਆਂ ਨੂੰ ਜਾਲ 'ਚ ਫਸਾਉਣਾ ਹੋਵੇ, ਚੋਗਾ ਜਿਹੜਾ ਹੈ ਨਾ ਉਹ ਪੰਛੀਆਂ ਦੇ ਹਿਸਾਬ ਦਾ ਭਾਵ ਕੀ ਹੈ, ਜਿਹੜਾ ਚੋਗਾ ਪੰਛੀ ਪਸੰਦ ਕਰਦੇ ਉਹੀ ਚੋਗਾ ਉਹ ਜਾਲ ਦੇ ਵਿੱਚ ਸਿੱਟਦੇ ਆ। ਪਰ ਜਦੋਂ ਪੰਛੀ ਚੋਗਾ ਖਾਣ ਲਈ ਆਪਣੇ ਪਸੰਦ ਦਾ ਉਸ ਜਾਲ ਵਿੱਚ ਆਉਂਦਾ ਤੇ ਫਿਰ ਉਹ ਸ਼ਿਕਾਰੀ ਜਿਹੜਾ ਹੈ ਨਾ ਉਹਨੂੰ ਪਕੜ ਲੈਂਦਾ ਹੈਗਾ। ਇਸ ਤਰ੍ਹਾਂ ਇਹਨਾਂ ਦੇ ਵੀ ਜਿਹੜੇ ਹੈ ਨਾ ਚੋਗੇ ਆ ਇਸ ਤਰ੍ਹਾਂ ਦੇ ਹੁੰਦੇ ਆ। ਜਿਵੇਂ ਗੁਰਬਾਣੀ ਨੇ ਸਾਨੂੰ ਬੜਾ ਖੋਲ੍ਹ ਕੇ ਇਹਨਾਂ ਗੱਲਾਂ ਦੇ ਬਾਬਤ ਦੱਸਿਆ ਹੈਗਾ ਕਿ ਜਿਵੇਂ ਦੋ ਬਾਜਰੇ ਹੁੰਦੇ ਨਾ ਆਦਮੀ, ਦੋ ਬਾਜਰੇ ਉਹ ਹੁੰਦੇ ਆ ਜਿਨ੍ਹਾਂ ਦੇ ਦੋ ਚਿਹਰੇ ਹੁੰਦੇ ਆ। ਭਾਵ ਕੀ ਆ, ਉਹ ਲੋਕੀ ਜਿਹੜੇ ਦੋ ਬੀੜੀਆਂ ਦੇ ਵਿੱਚ ਪੈਰ ਪਾਉਣ ਵਾਲੇ ਹੁੰਦੇ ਆ। ਇਹਨਾਂ ਦਾ ਜਿਹੜਾ ਨਾ ਲੱਛਣ ਹਿਸਾਬ ਕਿਤਾਬ ਇਸ ਤਰ੍ਹਾਂ ਦਾ ਹੁੰਦਾ ਹੈ। ਸੋ ਇਹ ਕਿਸ ਤਰ੍ਹਾਂ ਦੇ ਹੁੰਦੇ ਆ? ਜਿਵੇਂ ਪਹਿਲਾ ਹੈ ਉਹ ਕੀ ਹੈ ਕਿ ਇਹਨਾਂ ਦਾ ਜਿਹੜਾ ਹੈ ਨਾ ਸੁਭਾਅ ਹੈਗਾ ਉਹ ਕਿੱਦਾਂ ਦਾ ਹੁੰਦਾ, ਕਹਿੰਦੇ ਕੈਂਚੀ ਵਰਗਾ ਦੋ ਮੂੰਹਾਂ ਹੁੰਦਾ ਹੈ। ਹੁਣ ਕੈਂਚੀ ਜਿਹੜੀ ਦੋ ਮੂੰਹਾਂ ਹੈਗੀ ਆ, ਕੈਂਚੀ ਦੋ ਮੂੰਹਾਂ ਹੋਣ 'ਤੇ ਕੰਮ ਕੀ ਕਰਦੀ ਆ? ਕੰਮ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਕੈਂਚੀ ਦਾ ਕੰਮ ਆ ਕੱਪੜੇ ਨੂੰ ਪਾੜਨ ਦਾ ਕੰਮ ਕਰਨਾ। ਕੈਂਚੀ ਸਿਰਫ ਕੱਪੜੇ ਨੂੰ ਪਾੜਦੀ ਹੈ, ਸੀਂਦੀ ਨਹੀਂ ਹੈ। ਸੋ ਇਹ ਜਿਹੜੇ ਕੱਚੇ ਗੁਰੂ ਹੁੰਦੇ ਹਨ ਇਹ ਇਨਸਾਨ ਦੀ ਸੁਰਤ ਨੂੰ ਸ਼ਬਦ ਨਾਲੋਂ ਪਾੜਦੇ ਆ, ਸੱਚ ਨਾਲੋਂ ਤੋੜ ਕੇ ਕਿਸੇ ਐਸੇ ਚਮਤਕਾਰੀ ਚੀਜ਼ ਦੇ ਨਾਲ ਜੋੜਦੇ ਆ ਜਿਹਨੂੰ ਉਹ ਅਸਲੀਅਤ ਸਮਝਦੇ। ਭਾਵ ਕੀ ਆ, ਸੱਚ ਨਾਲ ਹਕੀਕਤ ਨਾਲੋਂ ਤੋੜ ਕੇ ਭਰਮ ਦੇ ਨਾਲ ਜੋੜਦੇ ਰਹਿੰਦੇ ਆ। ਇਹ ਕਿਸ ਤਰ੍ਹਾਂ ਦੇ ਹੁੰਦੇ ਆ? ਇਹ ਕੈਂਚੀ ਵਰਗੇ ਦੋ ਮੂੰਹੇ ਹੁੰਦੇ ਆ। ਦੂਸਰਾ ਕੀ ਹੁੰਦਾ ਹੈਗਾ ਕਿ ਇਹ ਲੋਕੀ ਜਿਹੜੇ ਹੁੰਦੇ ਹਨ ਇਹ ਵਿਚਾਰਨ ਇਸਤਰੀ ਦੀ ਤਰ੍ਹਾਂ ਹੁੰਦੇ ਆ। ਹੁਣ ਜਿਹੜੀ ਇਸਤਰੀ ਵਿਚਾਰਨ ਹੈਗੀ ਆ ਉਹ ਕੀ ਕਰਦੀ ਆ? ਇੱਕ ਤਾਂ ਉਹਨੇ ਆਪਣੇ ਘਰ ਦੇ ਵਿੱਚ ਆਪਣਾ ਇੱਕ ਖਸਮ ਜਿਹੜਾ ਹੈਗਾ ਜੋ ਲੋਕਾਂ ਜਾਂ ਸਮਾਜ ਦੇ ਵਿੱਚ ਮਨਜ਼ੂਰ ਹੈਗਾ ਵਿਆਹ ਸ਼ਾਦੀ ਕਰਕੇ, ਇੱਕ ਤਾਂ ਉਹ ਰੱਖਿਆ ਹੁੰਦਾ ਹੈ। ਦੂਸਰਾ ਜਿਹੜਾ ਉਹ ਖਸਮ ਹੈ ਨਾ ਉਹ ਬਾਹਰ ਭਾਲਦੀ ਰਹਿੰਦੀ ਆ, ਉਹਦੀ ਚਾਕਾ ਜਿਹੜੀ ਹੈ ਨਾ ਬਾਹਰ ਰਹਿੰਦੀ ਆ। ਇਹ ਵਿਚਾਰਨ ਇਸਤਰੀ ਦਾ ਜਿਹੜਾ ਹੈ ਨਾ ਸੁਭਾਅ ਹੁੰਦਾ ਹੈਗਾ। ਸੋ ਇਹ ਲੋਕੀ ਵੀ ਹੈ ਨਾ ਇਸ ਪ੍ਰਕਾਰ ਦੇ ਹੁੰਦੇ ਆ। ਤੀਸਰਾ ਕੀ ਹੁੰਦਾ ਹੈਗਾ ਕਿ ਬਵੀਹੇ ਦੇ ਥੇ 'ਤੇ ਆਪਣਾ ਘਰ ਵਸਾਉਣਾ। ਦੇਖੋ ਜਿਹੜਾ ਬਵੀਹੇ ਦਾ ਥੇ ਆ ਭਾਵ ਕੀ ਆ, ਪਰਾਈ ਜ਼ਮੀਨ ਆ, ਪਰਾਇਆ ਥਾਂ ਹੈ, ਉਹਦੇ ਉੱਤੇ ਇਹ ਲੋਕਾਂ ਨੇ ਆਪਣਾ ਟਿਕਾਣਾ ਜਿਹੜਾ ਬਣਾਉਂਦੇ ਆ। ਹੁਣ ਜੇ ਕਿਸੇ ਦਾ ਘਰ ਜਿਹੜਾ ਨਾ ਕਿਸੇ ਦੀ ਗੈਰ ਜ਼ਮੀਨ ਦੇ ਉੱਤੇ ਹੋਵੇ ਤਾਂ ਉਸ ਘਰ ਵਿੱਚ ਰਹਿਣ ਵਾਲਾ ਜਿਹੜਾ ਪਰਿਵਾਰ ਹੈ ਨਾ ਕਦੀ ਸੁਖੀ ਨਹੀਂ ਹੁੰਦਾ, ਦੁਖੀ ਹੁੰਦਾ। ਕਿਉਂਕਿ ਉਹਦੀ ਜ਼ਮੀਨ ਜਿਹੜੀ ਹੈ ਨਾ ਆਪਣੀ ਅਸਲੀਅਤ ਨਹੀਂ ਹੁੰਦੀ। ਸੋ ਇਸੇ ਕਰਕੇ ਇਹਨਾਂ ਲੋਕਾਂ ਦੇ ਟਿਕਾਣੇ ਵੀ ਜਿਹੜਾ ਨਾ ਇਹ ਪਰਾਈਆਂ ਜ਼ਮੀਨਾਂ ਦੇ ਉੱਤੇ ਹੁੰਦੇ ਆ। ਜਿਵੇਂ ਬਵੀਹੇ ਦੀ ਥੇ 'ਤੇ ਘਰ ਬਣਾਉਣ ਵਾਲੀ ਗੱਲ ਹੈਗੀ ਆ। ਫਿਰ ਅੱਗੇ ਕੀ ਹੁੰਦਾ ਹੈ ਕਿ ਇਹਨਾਂ ਦਾ ਜਿਹੜਾ ਨਾ ਸੁਭਾਅ ਹੈਗਾ ਉਹ ਡਮੂਹੀ ਵਰਗਾ ਹੁੰਦਾ ਹੈ, ਜਿਵੇਂ ਦੋ ਮੂੰਹਾਂ ਸੱਪ ਜਾਂ ਸਪਣੀ ਹੋਵੇ। ਹੁਣ ਜਿਹਨੂੰ ਡਮੂਹੀ ਡੰਗ ਮਾਰ ਦਿੰਦੀ ਆ, ਉਹ ਜਿਹੜਾ ਇਨਸਾਨ ਵਾ ਜਦੋਂ ਕਿਤੇ ਪੂਰਾ ਵਗਦਾ ਹੈ ਨਾ ਫਿਰ ਉਹ ਡਮੂਹੀ ਦਾ ਜਿਹੜਾ ਡੰਗ ਹੈਗਾ ਉਹਨੂੰ ਫਿਰ ਤਕਲੀਫ ਦਿੰਦਾ ਹੈਗਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਇਹਨਾਂ ਲੋਕਾਂ ਦਾ ਵੀ ਜਿਹੜਾ ਨਾ ਮੂੰਹ ਹੈ ਡਮੂਹੀ ਵਰਗਾ ਹੈ, ਜਿਹਨੂੰ ਇਹ ਡਸ ਲੈਂਦੇ ਹਨ। ਜਦ ਸਮਾਂ ਹੁੰਦਾ ਹੈਗਾ ਤਾਂ ਇਹ ਇਹਨਾਂ ਦੇ ਸ਼ਿਸ਼ ਚੇਲੇ ਜਿਹੜੇ ਹਨ ਇਹ ਇਸ ਤਰ੍ਹਾਂ ਪੀੜਾ ਸਹਿਣ ਕਰਦੇ ਜਿਵੇਂ ਇਨਸਾਨ ਡਮੂਹੀ ਦੇ ਡੰਗ ਦੀ ਪੀੜ ਜਦੋਂ ਵੀ ਕਦੇ ਪੂਰਾ ਵਗਦਾ ਉਸ ਟਾਈਮ ਇਹ ਇਨਸਾਨ ਜਿਹੜੇ ਇਸ ਡੰਗ ਨੂੰ ਆਪਣੇ ਉੱਤੇ ਚਾੜਦਾ ਦੇਖਦੇ ਆ। ਅਤੇ ਕਈ ਵਾਰੀ ਇਹ ਡੰਗ ਦੀ ਮਹਿਕ ਜਿਹੜੀ ਹੈ ਉਹ ਕਿਸੇ ਐਸੇ ਸੱਪ ਨੂੰ ਵੀ ਆ ਜਾਂਦੀ ਆ ਜਿਹੜਾ ਇਸ ਡਮੂਹੀ ਦੇ ਡੰਗ ਦੇ ਉੱਤੇ ਜਿਹੜਾ ਹੈਗਾ ਉਹ ਸੱਪ ਕਾਇਲ ਹੋ ਕੇ ਦੁਬਾਰਾ ਫਿਰ ਉਸ ਆਦਮੀ ਨੂੰ ਡਸ ਲੈਂਦਾ ਹੈਗਾ। ਅੱਗੇ ਕਿੱਦਾਂ ਦਾ ਹੁੰਦਾ ਸੁਭਾਅ? ਕਹਿੰਦੇ ਇਹਨਾਂ ਦਾ ਸੁਭਾਅ ਜਿਹੜਾ ਹੁੰਦਾ ਹੈ ਨਾ ਇਹ ਖੋਟੇ ਰੁਪਈਏ ਵਰਗਾ ਹੁੰਦਾ ਹੈ। ਹੁਣ ਜਿਹੜਾ ਖੋਟਾ ਸਿੱਕਾ ਹੁੰਦਾ ਹੈ ਉਹਦੇ ਦੋਨੇ ਪਾਸੇ ਇੱਕੋ ਜਿਹੇ ਹੁੰਦੇ ਆ। ਭਾਵ ਦੇਖਣ ਨੂੰ ਅਸਲੀ ਭਾਸਦਾ ਹੈ ਪਰ ਅਸਲ ਵਿੱਚ ਉਹ ਖੋਟਾ ਹੁੰਦਾ। ਅਤੇ ਖੋਟਾ ਸਿੱਕਾ ਜਿਹੜਾ ਹੈ ਉਹ ਕਿਤੇ ਵੀ ਨਹੀਂ ਚੱਲਦਾ ਜਿੱਥੇ ਤੁਸੀਂ ਮਰਜ਼ੀ ਚਲਾਉਣ ਦਾ ਯਤਨ ਕਰੋ। ਕਿਉਂ? ਖੋਟਾ ਤਾਂ ਖੋਟਾ ਹੀ ਹੁੰਦਾ, ਚਾਹੇ ਉਹਦੇ ਉੱਤੇ ਉਸ ਸਮੇਂ ਦੇ ਹਾਕਮ ਦੀ ਮੋਹਰ ਵੀ ਕਿਉਂ ਨਾ ਹੋਵੇ। ਸੋ ਕਹਿਣ ਤੋਂ ਭਾਵ ਹੈ ਕਿ ਇਹ ਖੋਟੇ ਸਿੱਕੇ ਵਰਗੇ ਹੁੰਦੇ ਆ। ਅੱਗੇ ਕੀ ਹੁੰਦਾ ਹੈ ਕਿ ਇਹ ਸਿਆਣੇ ਕਾਂ ਵਰਗੇ ਹੁੰਦੇ। ਹੁਣ ਦੇਖੋ ਸਿਆਣਾ ਕਾਂ ਕਿਉਂ ਕਿਹਾ ਗਿਆ ਹੈ? ਕਿਉਂਕਿ ਇੱਕ ਸਿਆਣਾ ਕਾਂ ਕੀ ਹੁੰਦਾ ਹੈ? ਸਿਆਣਾ ਕਾਂ ਉਸ ਨੂੰ ਆਖਦੇ ਹੈ ਕਿ ਜਿਹੜਾ ਆਪਣੀ ਚੁਸਤ ਚਲਾਕੀ ਦੇ ਨਾਲ ਆਪਣੇ ਆਪ ਨੂੰ ਸਭ ਤੋਂ ਵੱਡਾ, ਸਭ ਤੋਂ ਉੱਚਾ ਆਪਣੇ ਆਪ ਨੂੰ ਬਣਾਉਣ ਦੀ ਕੋਸ਼ਿਸ਼ ਕਰੇ। ਪਰ ਆਪਾਂ ਕੀ ਦੇਖਦੇ ਹਾਂ ਕਿ ਅਸਲ ਦੇ ਵਿੱਚ ਸਿਆਣਾ ਕਾਂ ਦੀ ਜਿਹੜੀ ਖੁਰਾਕ ਹੈਗੀ ਉਹ ਹੈ ਵਿਸ਼ਟਾ। ਹੁਣ ਵਿਸ਼ਟਾ ਖਾ ਕੇ ਜਦ ਕਾਂ ਬੋਲਦਾ ਹੈਗਾ ਅਤੇ ਉਹਦੀ ਬੋਲੀ ਕਿਸੇ ਨੂੰ ਨਹੀਂ ਪਾਉਂਦੀ। ਸੋ ਇਸ ਕਰਕੇ ਇਹ ਕਾਂ ਜਿਹੜੇ ਹੁੰਦੇ ਹਨ ਇਹ ਕਦੀ ਵੀ ਹੰਸਾਂ ਦੇ ਝੁੰਡਾਂ ਦੇ ਵਿੱਚ ਜਾ ਨਹੀਂ ਸਕਦੇ। ਭਾਵ ਕਿ ਉਹ ਜਗ੍ਹਾ ਜਿੱਥੇ ਹੰਸ ਸੁੱਚੇ ਮੋਤੀ ਚੁਗਦੇ ਆ ਉੱਥੇ ਕਾਂ ਜਿਹੜਾ ਹੈ ਨਾ ਕਦੀ ਜਾ ਨਹੀਂ ਸਕਦਾ। ਅਗਰ ਇਹ ਜਾਣ ਦੀ ਕੋਸ਼ਿਸ਼ ਵੀ ਕਰਦਾ ਉਹਨਾਂ ਹੰਸਾਂ ਦੇ ਕੋਲ
ਜਿੱਥੇ ਹੰਸ ਸੁੱਚੇ ਮੋਤੀ ਚੁਗਦੇ ਆ, ਤੇ ਹੰਸ ਜਿਹੜੇ ਹਨ ਕਾਂ ਨੂੰ ਚੁੰਝਾ ਮਾਰ ਕੇ ਉਸ ਅਸਥਾਨ ਤੋਂ ਬਾਹਰ ਕੱਢ ਦਿੰਦੇ ਆ। ਸੋ ਅੱਗੇ ਕੀ ਹੁੰਦਾ ਹੈ ਕਿ ਇਹਨਾਂ ਲੋਕਾਂ ਦਾ ਜਿਹੜਾ ਹੈ ਨਾ ਸੁਭਾਅ ਹੁੰਦਾ ਹੈ ਜਾਂ ਜੋ ਵਰਤਾਰਾ ਹੁੰਦਾ ਹੈ, ਇਹਨਾਂ ਦੀ ਚਮਕ ਦਮਕ ਹੁੰਦੀ ਹੈ, ਉਹ ਹੁੰਦੀ ਹੈ ਕਹੇ ਦੇ ਬਰਤਨ ਵਰਗੀ। ਹੁਣ ਕਹੇ ਦਾ ਭਾਂਡਾ ਬਾਹਰ ਦੇਖਣ ਵਾਸਤੇ ਬੜਾ ਚਲਕਣਾ ਲੱਗਦਾ ਹੈ, ਪਰ ਅੰਦਰੋਂ ਜਿਹੜਾ ਹੁੰਦਾ ਹੈ ਮੈਲ ਦੇ ਨਾਲ ਭਰਿਆ ਹੁੰਦਾ ਹੈਗਾ। ਭਾਵ ਕੀ ਆ ਕਿ ਕਹੇ ਦੇ ਥਾਣ ਨੂੰ ਜਿੰਨਾ ਮਰਜ਼ੀ ਮਾਂਜੋ, ਇਹਦੀ ਕਦੀ ਕਾਲਖ ਨਹੀਂ ਜਾਂਦੀ ਹੈਗੀ। ਅੱਗੇ ਕੀ ਹੁੰਦਾ ਕਿ ਇਹ ਲੋਕੀ ਕਿੱਦਾਂ ਦੇ ਹੁੰਦੇ ਆ, ਜਿਵੇਂ ਜਿਹੜਾ ਲਹਾਰ ਹੁੰਦਾ ਨਾ, ਲਹਾਰ ਦੀ ਸੰਨੀ ਵਰਗੇ ਦੋ ਮੂੰਹੇ ਹੁੰਦੇ ਆ। ਜਿਵੇਂ ਲਹਾਰ ਦੀ ਸੰਨੀ ਜਿਹੜੀ ਹੈਗੀ ਆ ਉਹ ਯਕਦਮ ਹੀ ਉਸ ਭੱਠੀ ਦੀ ਗਰਮ ਦੇ ਵਿੱਚ ਚਲੀ ਜਾਂਦੀ ਹੈ, ਯਕਦਮ ਪਾਣੀ ਵਿੱਚ ਠੰਡੀ ਚਲੀ ਜਾਂਦੀ ਹੈ। ਭਾਵ ਕੀ ਹੈ ਕਿ ਇਹ ਲੋਕੀ ਯਕਦਮ ਗਰਮ ਹੋ ਜਾਂਦੇ, ਯਕਦਮ ਠੰਡੇ ਹੋ ਜਾਂਦੇ ਆ। ਸੋ ਇਹ ਇਹਨਾਂ ਦੀ ਹੈ ਨਾ ਬਿਰਤੀ ਹੁੰਦੀ ਹੈ ਲਹਾਰ ਦੀ ਸੰਨੀ ਵਰਗੀ। ਅੱਗੇ ਕੀ ਹੁੰਦਾ ਹੈ ਕਿ ਇਹ ਲੋਕੀ ਸ਼ਤਰਮੁਰਗ ਦੀ ਨਿਆਈ ਹੁੰਦੇ। ਹੁਣ ਸ਼ਤਰਮੁਰਗ ਜਿਹੜਾ ਪੰਛੀ ਆ ਸਾਰਿਆਂ ਤੋਂ ਵੱਡਾ ਪੰਛੀ ਜਿਹੜਾ ਹੈ ਨਾ ਇਸ ਧਰਤੀ ਦਾ ਮੰਨਿਆ ਗਿਆ। ਪਰ ਜੇ ਹੁਣ ਵੱਡਾ ਹੈਗਾ ਤਾਂ ਪਰ ਜੇ ਉਹਨੂੰ ਕਹੇ ਕਿ ਤੂੰ ਉੱਡ ਕੇ ਦਿਖਾ, ਪਰ ਉਹ ਆਕਾਸ਼ ਵਿੱਚ ਉੱਡ ਨਹੀਂ ਸਕਦਾ ਹੈਗਾ। ਬਸ ਇਹੋ ਚੀਜ਼ ਹੈ ਕਿ ਇਹ ਲੋਕੀ ਵੱਡੇ ਤਾਂ ਜ਼ਰੂਰ ਹੁੰਦੇ ਆ, ਪਰ ਇਹਨਾਂ ਦੀ ਆਤਮਿਕ ਅਡਾਰੀ ਜਿਹੜੀ ਹੈ ਨਾ ਬਿਲਕੁਲ ਸਿਫਰ ਹੁੰਦੀ ਆ। ਇਹਨਾਂ ਨੂੰ ਧਰਮ ਦਾ ਜਾਂ ਇਉਂ ਕਹਿ ਲਓ ਕਿ ਉਹਦੇ ਨਾਂ ਦੀ ਧਰਮ ਦੀ ਇੱਕ ਵੀ ਕਣੀ ਇਹਨਾਂ ਦੇ ਅੰਦਰ ਜਿਹੜੀ ਹੈ ਨਾ ਉਹ ਕਦੀ ਵੀ ਪ੍ਰਫੁੱਲਤ ਨਹੀਂ ਹੁੰਦੀ। ਅੱਗੇ ਕੀ ਹੁੰਦਾ, ਇਹ ਲੋਕੀ ਹੈ ਨਾ ਹਾਥੀ ਦੇ ਦੰਦਾਂ ਵਰਗੇ ਹੁੰਦੇ। ਜਿਵੇਂ ਦੇਖੋ ਹਾਥੀ ਦਾ ਸੁਭਾਅ, ਖਾਣ ਦੇ ਦੰਦ ਹੋਰ ਅਤੇ ਦਿਖਾਉਣ ਦੇ ਹੋਰ। ਬਸ ਇਹੋ ਹੀ ਸੁਭਾਅ ਜਿਹੜਾ ਹੈਗਾ ਇਹਨਾਂ ਕੱਚੇ ਗੁਰੂਆਂ ਦਾ ਹੁੰਦਾ ਹੈਗਾ। ਜਿਵੇਂ ਅਸੀਂ ਦੇਖਦੇ ਹਾਂ ਕਿ ਹਾਥੀ ਨੂੰ ਜਿੰਨਾ ਮਰਜ਼ੀ ਨਲਾ ਲਓ, ਪਰ ਫਿਰ ਵੀ ਉਹ ਆਪਣੇ 'ਤੇ ਮਿੱਟੀ ਸਿੱਟ ਲੈਂਦਾ ਹੈ। ਬਸ ਇਹੋ ਹੀ ਸੁਭਾਅ ਇਹਨਾਂ ਦਾ ਹੈਗਾ। ਭਾਵ ਕੀ ਹੈ ਕਿ ਜਿੰਨੇ ਹਾਥੀ ਵਿੱਚ ਭੈੜਾਂ ਹੈਗੀਆਂ, ਹਾਥੀ ਭਾਵੇਂ ਬੈਠ ਜਾਵੇ ਜ਼ਮੀਨ 'ਤੇ ਬੈਠਾ ਰਹੇ, ਪਰ ਫੇਰ ਵੀ ਉਹਦੇ ਕੰਨ ਜਿਹੜੇ ਹਨ ਉਹ ਹਿਲਦੇ ਰਹਿੰਦੇ ਹੈਗੇ, ਉਹ ਕਦੀ ਸ਼ਾਂਤ ਹੋ ਕੇ ਬੈਠ ਨਹੀਂ ਸਕਦਾ। ਇਵੇਂ ਇਹ ਲੋਕ ਜਿਹੜੇ ਹੁੰਦੇ ਆ, ਇਹ ਜਿੱਥੇ ਮਰਜ਼ੀ ਸਮਾਧੀਆਂ ਲਾ ਕੇ ਬੈਠਣ, ਪਰ ਇਹਨਾਂ ਦਾ ਜਿਹੜਾ ਮਨ ਆ ਹਮੇਸ਼ਾ ਹਾਥੀ ਦੇ ਕੰਨਾਂ ਵਾਂਗੂ ਭਟਕਦਾ ਹੀ ਰਹਿੰਦਾ ਹੈਗਾ। ਸੋ ਅੱਗੇ ਕੀ ਹੁੰਦਾ ਹੈਗਾ ਕਿ ਇਹ ਲੋਕੀ ਬੱਕਰੀ ਦੇ 4 ਥਣਾਂ ਵਰਗੇ ਹੁੰਦੇ ਆ। ਦੇਖੋ ਕਿਵੇਂ ਹੁੰਦਾ ਹੈ, 2 ਜਿਹੜੇ ਥਣ ਬੱਕਰੀ ਦੇ ਉਹ ਤਾਂ ਦੁੱਧ ਦਿੰਦੇ ਆ, ਪਰ ਜਿਹੜੇ 2 ਥਣ ਇਹਦੇ ਗਲੇ ਦੇ ਕੋਲ ਲਮਕਦੇ ਹੁੰਦੇ ਆ ਉਹ ਦੁੱਧ ਤੋਂ ਹੀਣੇ ਹੁੰਦੇ, ਸਿਰਫ ਦਿਖਾਈ ਦਿੰਦੇ ਆ। ਭਾਵ ਕੀ ਆ, ਇਹ 2 ਥਾਣਾ ਬੱਕਰੀ ਦੇ ਜਿਹੜੇ 2 ਥਾਣ ਆ ਅਤੇ 2 ਬਾਹਰ ਅਤੇ 2 ਦੂਸਰੇ, ਇਸ ਤਰ੍ਹਾਂ ਦੀ ਨਿਆਈ ਹੁੰਦੇ ਆ। ਸੋ ਅੱਗੇ ਕੀ ਹੁੰਦਾ, ਜਿਵੇਂ ਮੋਰ ਦੀਆਂ 4 ਅੱਖਾਂ ਹੁੰਦੀਆਂ, 4 ਅੱਖਾਂ ਵਰਗੇ ਹੁੰਦੇ ਆ। ਜਿਵੇਂ 2 ਅੱਖਾਂ ਦੇ ਨਾਲ ਮੋਰ ਆਪਣੇ ਜਿਹੜਾ ਹੈਗਾ ਉਹ ਜੀਵਨ ਦਾ ਆਨੰਦ ਮਾਣਦਾ ਹੈਗਾ, ਪਰ 2 ਅੱਖਾਂ ਜਿਹੜੀਆਂ ਉਹਦੀਆਂ ਭਾਸਦੀਆਂ ਹੈਗੀਆਂ, ਪਰ ਅਸਲ ਦੇ ਵਿੱਚ ਉਹ 2 ਅੱਖਾਂ ਜਿਹੜੀਆਂ ਚੁੰਝ ਦੇ ਨਾਲ ਲੱਗੀਆਂ ਹੁੰਦੀਆਂ, ਉਹਦੇ ਵਿੱਚ ਮੋਰ ਦੀ ਨਜ਼ਰ ਨਹੀਂ ਹੁੰਦੀ ਹੈਗੀ। ਬਸ ਇਸ ਤਰ੍ਹਾਂ ਦਾ ਹੁੰਦਾ ਹੈਗਾ ਇਹਨਾਂ ਦਾ ਹਿਸਾਬ ਕਿਤਾਬ। ਬਾਕੀ ਕਿਸ ਤਰ੍ਹਾਂ ਹੁੰਦਾ, ਜਿਵੇਂ ਢੋਲ ਦੇ 2 ਸਿਰੇ ਹੁੰਦੇ ਆ। ਹੁਣ ਦੋਨੇ ਸਿਰੇ ਜਿਹੜੇ ਢੋਲ ਦੇ ਆ, ਪਰ ਜਦੋਂ ਉਹ ਢੋਲੀ ਢੋਲ ਵਜਾਉਂਦਾ ਹੈਗਾ, ਪਰ ਦੋਨਾਂ ਦੀ ਆਵਾਜ਼ ਜਾਂ ਡਗਾ ਜਿਹੜਾ ਹੈ ਨਾ ਉਹ ਵੱਖ-ਵੱਖ ਤਰ੍ਹਾਂ ਦਾ ਹੁੰਦਾ। ਬਸ ਇਸ ਤਰ੍ਹਾਂ ਹੀ ਇਹਨਾਂ ਲੋਕਾਂ ਦਾ ਹਿਸਾਬ ਹੈ ਕਿ ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ ਵਰਗੀ ਇਹਨਾਂ ਦੀ ਆਵਾਜ਼ ਹੁੰਦੀ ਆ। ਸੋ ਅੱਗੇ ਕੀ ਹੁੰਦਾ ਕਿ ਇਹਨਾਂ ਲੋਕੀ ਜਿਹੜੇ ਹੁੰਦੇ ਇਹ ਇੱਲ ਦੇ ਕੁੱਕੜ ਹੁੰਦੇ ਆ। ਭਾਵ ਕੀ ਹੈ ਕਿ ਚਾਹੇ ਇਹ ਖਾਂਦੇ ਤਾਂ ਚੂਹੇ, ਜਿਵੇਂ ਇੱਲ ਚੂਹੇ ਖਾਂਦੀ ਆ, ਪਰ ਉੱਚੀ ਅਸਮਾਨੀ ਉੱਡਦੀ ਆ। ਭਾਵ ਕੀ ਆ, ਇਹ ਦਿਖਾਵਾ ਜਿਹੜਾ ਆਪਣੇ ਆਪ ਦਾ ਬੜਾ ਉੱਚਾ ਕਰਦੇ ਆ, ਪਰ ਖਾਣੇ ਇਹਨਾਂ ਨੇ ਚੂਹੇ ਹੀ ਹੁੰਦੇ ਆ। ਇਸ ਕਰਕੇ ਮਹਾਂਪੁਰਖਾਂ ਨੇ ਕਿਹਾ ਹੈਗਾ ਕਿ ਕੱਚੇ ਗੁਰੂ ਦੇ ਲੱਛਣ ਹਨ ਇਸ ਪ੍ਰਕਾਰ ਦੇ ਹੁੰਦੇ ਆ। ਸੋ ਇਹਨਾਂ ਦੀ ਜਿਹੜੀ ਹੈ ਨਾ ਭਗਤੀ ਵੀ ਹੁੰਦੀ ਆ। ਅੱਗੇ ਮਹਾਂਪੁਰਖ ਦੱਸਦੇ ਕੀ ਦੱਸਿਆ ਹੁੰਦੀ, ਕਹਿੰਦੇ ਬੰਗਲੇ ਵਰਗੀ ਹੁੰਦੀ ਹੈ। ਹੁਣ ਬੰਗਲਾ ਚਾਹੇ ਤੀਰਥਾਂ 'ਤੇ ਨਿਵਾਸ ਕਿਉਂ ਨਾ ਕਰੇ, ਹੁਣ ਤੀਰਥਾਂ 'ਤੇ ਜੇ ਅਗਰ ਨਿਵਾਸ ਬੰਗਲਾ ਕਰਦਾ ਹੈਗਾ ਤਾਂ ਕੋਈ ਬੰਗਲੇ ਨੂੰ ਭਗਤ ਨਹੀਂ ਕਹਿ ਸਕਦਾ। ਕਿਉਂ? ਉਹਦੀ ਜਿਹੜੀ ਰੁਚੀ ਹੈ ਜੇ ਤੀਰਥਾਂ 'ਤੇ ਵੀ ਬੈਠਾ ਰਹੇ ਅਤੇ ਡੱਡੂਆਂ ਅਤੇ ਮੱਛੀਆਂ ਖਾਣ ਵਾਲੀ ਰਹੇਗੀ, ਹੋਰ ਉਹਦੀ ਰੁਚੀ ਜਿਹੜੀ ਹੈ ਨਾ ਕਿਤੇ ਨਹੀਂ ਜਾਂਦੀ। ਅੱਗੇ ਕੀ ਹੁੰਦਾ ਕਿ ਇਹਨਾਂ ਦੇ ਜਿਹੜੇ ਹੈ ਨਾ ਗਿਆਨ ਦੇ ਪ੍ਰਵਚਨ ਹੁੰਦੇ ਆ, ਕਹਿੰਦੇ ਉਹ ਵੀ ਬਵੀਹੇ ਵਰਗੇ ਹੁੰਦੇ ਆ। ਹੁਣ ਬਵੀਹਾ ਕੀ ਹੁੰਦਾ ਹੈਗਾ ਕਿ ਮੀਂਹ ਪੈਣ ਦੇ ਵਿੱਚ ਵੀ ਅਗਰ ਉਹ ਬੋਲਦਾ ਹੈ ਨਾ ਅਤੇ ਬੋਲਣ ਵਿੱਚ ਵੀ ਉਹ ਪਿਆਸਾ ਰਹਿੰਦਾ ਹੈ। ਦੇਖੋ ਕਿੰਨੇ ਸੰਸਾਰ ਦੇ ਅੰਦਰ ਨਦੀਆਂ ਨਾਲੇ ਤਾਂ ਸਮੁੰਦਰ ਵਗਦੇ, ਪਰ ਬਵੀਹੇ ਦੀ ਕਦੀ ਪਿਆਸ ਨਹੀਂ ਜਾਂਦੀ। ਬਸ ਇਹੋ ਹਿਸਾਬ ਇਹ ਹੈਗਾ ਕਿ ਇਹਨਾਂ ਨੂੰ ਆਪਣੇ ਐਸ਼ੋ ਆਰਾਮ ਦੇ ਜਿੰਨੇ ਮਰਜ਼ੀ ਸਾਧਨ ਮਿਲਣ, ਪਰ ਇਹਨਾਂ ਦੀ ਵੀ ਜਿਹੜੀ ਮਨ ਦੀ ਸੰਤੁਸ਼ਟੀ ਹੈਗੀ ਆ ਉਹ ਕਦੀ ਨਹੀਂ ਹੁੰਦੀ। ਭਾਵ ਇਹ ਕਹਿ ਲਓ ਕਿ ਇਹ ਕਦੀ ਵੀ ਸੁੱਖਾਂ ਤੋਂ ਨਹੀਂ ਰੱਜਦੇ, ਹਮੇਸ਼ਾ ਭੁੱਖੇ ਦੇ ਭੁੱਖੇ ਹੀ ਰਹਿੰਦੇ ਹੈ। ਅੱਗੇ ਕੀ ਹੁੰਦਾ ਹੈ ਕਿ ਇਹਨਾਂ ਦਾ ਸੁਭਾਅ ਨਾ ਬਾਂਸ ਦੀ ਨਿਆਈ ਹੁੰਦਾ। ਹੁਣ ਦੇਖੋ ਬਾਂਸ ਹੈਗਾ, ਬਾਂਸ ਕੀ ਹੈ ਕਿ ਉਹਦੇ ਵਿੱਚ ਕਦੀ ਸੁਗੰਧੀ ਨਹੀਂ ਬਣਦੀ ਹੈਗੀ।
ਅਗਰ ਚੰਦਨ ਮਹਿਕਦੀ ਆ, ਬਾਕੀ ਸਾਰੇ ਜਿੰਨੇ ਵੀ ਬ੍ਰਿਕਸ਼ ਵਾ ਚੰਦਨ ਦੇ ਨਾਲ ਲੱਗਦੇ, ਜਦ ਹਵਾ ਵਗਦੀ ਆ ਸਾਰੇ ਬ੍ਰਿਕਸ਼ ਮਹਿਕਦੇ ਆ, ਪਰ ਵਾਂਸ ਚੰਦਨ ਦੇ ਕੋਲ ਹੋ ਕੇ ਵੀ ਨਹੀਂ ਮਹਿਕਦਾ। ਫਿਰ ਅੱਗੇ ਕੀ ਹੁੰਦਾ ਕਿ ਵਾਂਸ ਦੇ ਅੰਦਰ ਗੰਢਾਂ ਹੁੰਦੀਆਂ ਹੈਗਾ, ਵਾਂਸ ਸਿੱਧਾ ਸਾਫ਼ ਸੁਥਰਾ ਨਹੀਂ ਹੁੰਦਾ ਹੈ। ਹੁਣ ਭਾਵ ਕੀ ਹੈ, ਇਹਨਾਂ ਲੋਕਾਂ ਦੇ ਅੰਦਰ ਵੀ ਹੈ ਨਾ ਕਈ ਤਰ੍ਹਾਂ ਦੇ ਵਲ ਛਲ ਦੀਆਂ ਗੰਢਾਂ ਜਿਹੜੀਆਂ ਹੈ ਨਾ ਹਮੇਸ਼ਾ ਬਣੀਆਂ ਰਹਿੰਦੀਆਂ ਹੈ। ਅੱਗੇ ਕੀ ਹੁੰਦਾ ਕਿ ਵਾਂਸ ਜਿਵੇਂ ਅੰਦਰੋਂ ਖਾਲੀ ਹੁੰਦਾ, ਬਸ ਇਹਨਾਂ ਦੇ ਅੰਦਰ ਵੀ ਅੰਦਰ ਖਾਲੀਪਨ ਇਸ ਤਰ੍ਹਾਂ ਦਾ ਹੈ ਕਿ ਅੰਦਰ ਕੋਈ ਪ੍ਰੇਮ ਨਹੀਂ ਹੈ, ਕੋਈ ਸੁਗੰਧੀ ਨਹੀਂ ਹੈ, ਕੋਈ ਆਨੰਦ ਨਹੀਂ ਹੈ, ਬਾਸ ਦੀ ਤਰ੍ਹਾਂ ਅੰਦਰ ਜਿਹੜੇ ਇਹ ਖਾਲੀ ਰਹਿੰਦੇ ਆ। ਅਤੇ ਅੱਗੇ ਆਪਾਂ ਦੇਖਦੇ ਹਾਂ ਕਿ ਜਿਵੇਂ ਵਾਂਸ ਨਾ ਕਹਿ ਕੇ ਅੱਗ ਲਾ ਦਿੰਦਾ ਹੈਗਾ। ਸੋ ਇਹ ਜਿਹੜੇ ਲੋਕੀ ਹੈ ਨਾ ਜਦ ਇੱਕ ਦੂਸਰੇ ਨਾਲ ਖਹਿੰਦੇ ਹੈਗੇ ਆ ਤਾਂ ਖਹਿ ਕੇ ਇਹ ਜਿਹੜੀ ਅੱਗ ਦੀ ਭਟਕਣਾ ਸਾਰੇ ਪੈਦਾ ਕਰ ਦਿੰਦੇ ਆ। ਭਾਵ ਕੀ ਹੈ ਕਿ ਜਿਵੇਂ ਸਾਰੇ ਜੰਗਲ ਨੂੰ ਅੱਗ ਲੱਗ ਜਾਂਦੀ ਹੈ ਨਾ, ਬਸ ਇਹਨਾਂ ਦੇ ਖਹਿਣ ਦੇ ਨਾਲ ਵਾਂਸਾਂ ਦੇ ਨਾਲ ਜੰਗਲ ਨੂੰ ਅੱਗ ਲੱਗਦੀ ਹੈ। ਅਤੇ ਬਸ ਇਸ ਤਰ੍ਹਾਂ ਦੇ ਇਹ ਜਿਹੜੇ ਕੱਚੇ ਗੁਰੂ ਹੁੰਦੇ ਹਨ, ਬਸ ਇਹਨਾਂ ਦਾ ਸੁਭਾਅ ਵੀ ਇਸ ਤਰ੍ਹਾਂ ਹੈ ਕਿ ਜਦੋਂ ਵੀ ਕਿਤੇ ਸਮਾਂ ਬਣਦਾ ਹੈ ਨਾ ਇੱਕ ਦੂਜੇ ਨਾਲ ਕਹਿ ਕੇ ਕੋਈ ਐਸੀ ਖੇਡ ਖੇਡਣਗੇ ਕਿ ਜਿਹਦੇ ਨਾਲ ਹੈ ਨਾ ਸਮਾਜ ਦੇ ਵਿੱਚ ਜਿਹੜਾ ਹੈ ਉਹ ਇੱਕ ਦੂਜੇ ਦੇ ਨਾਲ ਲੋਕੀ ਈਰਖਾ ਕਰਨ ਲੱਗ ਪੈਂਦੇ ਆ। ਸੋ ਅੱਗੇ ਕੀ ਹੁੰਦਾ ਕਿ ਲੋਕੀ ਉੱਲੂ ਦੀ ਨਿਆਈ ਹੁੰਦੇ ਆ। ਹੁਣ ਉੱਲੂ ਕੀ ਹੁੰਦਾ ਹੈ ਕਿ ਜਿਹਨੂੰ ਦਿਨੇ ਨਜ਼ਰ ਨਹੀਂ ਆਉਂਦਾ, ਸੂਰਜ ਹੀ ਨਹੀਂ ਦਿਖਦਾ ਹੈਗਾ। ਹੁਣ ਜੇ ਉੱਲੂ ਨੂੰ ਸੂਰਜ ਨਾ ਦਿਸੇ, ਇਹਦੇ ਵਿੱਚ ਸੂਰਜ ਦਾ ਕੋਈ ਕਸੂਰ ਨਹੀਂ ਹੈ, ਬਸ ਇਹ ਕਸੂਰ ਕਿਹਦਾ ਹੈਗਾ, ਇਹ ਉੱਲੂ ਦਾ ਹੈਗਾ। ਕਿਉਂ? ਉੱਲੂ ਨੂੰ ਜਿਹੜਾ ਹੈਗਾ ਇਸ ਢੰਗ ਨਾਲ ਬਣਾਇਆ ਗਿਆ ਹੈਗਾ। ਸੋ ਪਰਮੇਸ਼ਰ ਨੇ ਵੀ ਇਹ ਕੱਚੇ ਗੁਰੂਆਂ ਨੂੰ ਇਸ ਢੰਗ ਨਾਲ ਬਣਾਇਆ ਗਿਆ ਹੈ ਕਿ ਇਹਨਾਂ ਨੂੰ ਕਦੀ ਵੀ ਗਿਆਨ ਦੀ ਰੋਸ਼ਨੀ ਨਜ਼ਰ ਨਹੀਂ ਆਉਂਦੀ। ਭਾਵ ਕੀ ਹੈ ਕਿ ਅਸਲ ਗਿਆਨ ਤੋਂ ਇਹ ਲੋਕੀ ਜਿਹੜੇ ਹਨ ਹਮੇਸ਼ਾ ਵਾਂਝੇ ਰਹਿੰਦੇ ਆ, ਹਮੇਸ਼ਾ ਇਹ ਹਨੇਰੇ ਨੂੰ, ਅਗਿਆਨਤਾ ਨੂੰ ਹੀ ਆਪਣੀ ਜਿਹੜੀ ਹੈ ਨਾ ਅਸਲ ਰੋਸ਼ਨੀ ਦੱਸ ਕੇ ਦੂਸਰਿਆਂ ਨੂੰ ਇਹਦੇ ਵਿੱਚ ਭਰਮਾਉਂਦੇ ਰਹਿੰਦੇ ਆ। ਜਿਵੇਂ ਅੱਗੇ ਕੀ ਹੁੰਦਾ, ਅੱਗੇ ਇਸ ਤਰ੍ਹਾਂ ਹੁੰਦਾ ਹੈ ਕਿ ਗੱਲੀ ਯੋਗ ਨਾ ਹੋਈ। ਹੁਣ ਇਹ ਜਿਹੜੇ ਕੱਚੇ ਗੁਰੂ ਆ ਗੱਲਾਂ ਤਾਂ ਬਹੁਤ ਕਰਦੇ ਆ, ਪਰ ਇਹਨਾਂ ਨੂੰ ਇਹ ਨਹੀਂ ਜਾਣਦੇ ਕਿ ਗੱਲਾਂ ਨਾਲ ਕਦੀ ਯੋਗ ਨਹੀਂ ਹੁੰਦਾ। ਜਿਵੇਂ ਆਪਾਂ ਦੇਖਦੇ ਹਾਂ ਕਿ ਜੇ ਪੰਛੀਆਂ ਵਿੱਚੋਂ ਵੀ ਜਿਹੜਾ ਤੋਤਾ ਹੁੰਦਾ ਨਾ, ਰਾਤ ਤੋਤਾ, ਇਹ ਗੱਲਾਂ ਤਾਂ ਬਹੁਤ ਕਰਦਾ ਹੈਗਾ, ਪਰ ਜਦ ਗੱਲਾਂ ਕਰਨ ਦੇ ਨਾਲ, ਰਾਮ ਕਰਨ ਦੇ ਨਾਲ ਵੀ ਤੋਤੇ ਦੀ ਕਦੀ ਮੁਕਤੀ ਨਹੀਂ ਹੁੰਦੀ, ਕਦੀ ਗਤੀ ਨਹੀਂ ਹੁੰਦੀ ਹੈ। ਪਰ ਅਗਰ ਰਾਮ ਤੋਤੇ ਨੂੰ ਸਿਖਾਇਆ ਜਾਵੇ, ਰਾਮ ਕਹਿਣ ਨਾਲ ਵੀ ਤੋਤਾ ਜਿਹੜਾ ਹੈ ਨਾ ਇਹ ਫਾਹੀ ਦੇ ਵਿੱਚ ਫਸ ਜਾਂਦਾ ਹੈਗਾ। ਜਿਹੜੀ ਭਰਮ ਦੀ ਫਾਹੀ ਹੁੰਦੀ ਹੈ, ਉਹ ਆਪਣੀ ਸੰਗਤਾਂ ਜਾਣਦੀਆਂ ਹੈ ਕਿ ਤੋਤਾ ਜਦੋਂ ਵੀ ਸ਼ਿਕਾਰੀ ਜਿਹੜਾ ਇਹਨੂੰ ਫੜਦਾ ਹੈਗਾ ਤੇ ਕਿਵੇਂ ਇਹ ਜਿਹੜੀ ਨਾਲੀ ਹੈਗੀ ਆ ਇਹਨੂੰ ਆਪਣੇ ਪੈਰਾਂ ਨਾਲ ਫੜ ਕੇ ਇਹ ਨਾਲੀ ਨੂੰ ਕਦੀ ਨਹੀਂ ਛੱਡਦਾ, ਜਿਹਦੇ ਥੱਲੇ ਸ਼ਿਕਾਰੀ ਨੇ ਪਾਣੀ ਰੱਖਿਆ ਹੁੰਦਾ ਹੈ। ਸੋ ਪਾਣੀ 'ਚ ਜਦ ਤੋਤੇ ਦਾ ਪਰਛਾਵਾਂ ਪੈਂਦਾ ਹੈਗਾ ਅਤੇ ਤੋਤੇ ਦੇ ਮਨ ਦੇ ਵਿੱਚ ਜਿਹੜਾ ਭਰਮ ਪੈਦਾ ਕਰਦਾ ਹੈ ਨਾ, ਉਹ ਭਰਮ ਜਿਹੜਾ ਹੈਗਾ ਇਹਨੂੰ ਨਾਲੀ ਛੱਡਣ ਨਹੀਂ ਦਿੰਦਾ। ਬਸ ਇਹਨਾਂ ਦਾ ਸੁਭਾਅ ਵੀ ਇਸ ਤਰ੍ਹਾਂ ਦਾ ਸਮਝ ਲਓ। ਅੱਗੇ ਕੀ ਹੁੰਦਾ ਹੈ ਕਿ ਨਾ ਤਾਂ ਇਹਨਾਂ ਦਾ ਰੂਪ ਹੁੰਦਾ ਹੈ, ਨਾ ਜੋਬਨ ਹੁੰਦਾ ਹੈ। ਭਾਵ ਕੀ ਹੈ, ਚੱਕ ਕੇ ਵਧੀਆ ਕੱਪੜੇ ਪਾਉਂਦੇ ਆ, ਆਪਣੇ ਆਪ ਨੂੰ ਵਧੀਆ ਉਸ ਟਾਈਮ ਦਾ ਪੜ੍ਹਿਆ ਲਿਖਿਆ ਜਾਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਸੁਨੱਖਾਪਨ ਜਾਂ ਮਾਡਰਨ ਖਿਆਲ ਦਾ ਹੋਣ ਕਰਕੇ ਆਪਣੇ ਆਪ ਨੂੰ ਇਸ ਤਰ੍ਹਾਂ ਇਹ ਲੋਕੀ ਪੇਸ਼ ਕਰਦੇ ਆ। ਪਰ ਅਸਲ ਵਿੱਚ ਇਹ ਨਹੀਂ ਜਾਣਦੇ ਕਿ ਇਹ ਜਿਹੜਾ ਰੰਗ ਹੁੰਦਾ ਹੈ ਨਾ, ਜਿਹੜਾ ਆਪਣੇ ਆਪ ਨੂੰ ਇੰਨਾ ਵਧੀਆ ਬਣਾ ਕੇ ਪੇਸ਼ ਕਰਨਾ ਸੰਗਤ ਦੇ ਵਿੱਚ, ਇਹ ਕਸੁੰਬੇ ਦੇ ਰੰਗ ਦੀ ਤਰ੍ਹਾਂ ਹੁੰਦਾ। ਜਿਵੇਂ ਕੱਚਾ ਜਿਹੜਾ ਹੈ ਨਾ ਕਸੁੰਬੇ ਦਾ ਰੰਗ ਹੁੰਦਾ ਹੈਗਾ, ਉਹ ਪਹਿਲਾਂ ਬੜੀ ਚਮਕ ਮਾਰਦਾ ਹੈਗਾ, ਪਰ ਜਦੋਂ ਇੱਕ ਦੋ ਮੀਂਹ ਪੈ ਜਾਂਦੇ ਨਾਲ ਹੀ ਧੋਤਾ ਜਾਂਦਾ, ਨਾਲ ਹੀ ਉਹ ਰੰਗ ਸਾਰਾ ਉਤਰ ਜਾਂਦਾ। ਇੱਕ ਕਸੁੰਬੇ ਦੇ ਰੰਗ ਦੀ ਤਰ੍ਹਾਂ ਹੁੰਦੇ ਆ। ਸੋ ਅੱਗੇ ਕੀ ਹੁੰਦਾ ਹੈਗਾ ਕਿ ਬਿਨ ਸੇਵਾ ਦੁਹਾਗਣੀ ਪਰ ਮਿਲੇ ਨਾ ਹਾਸੇ। ਇਹਨਾਂ ਦੀ ਜਿਹੜੀ ਸੇਵਾ ਹੈ ਨਾ ਇਹ ਦੁਹਾਗਣੀ ਹੁੰਦੀ। ਭਾਵ ਕੀ ਆ, ਇਹ ਸੇਵਾ ਤੋਂ ਕੰਨੀ ਕਤਰਾਉਂਦੇ ਆ, ਸੇਵਾ ਕਰਨ ਦਾ ਕੇਵਲ ਤੇ ਕੇਵਲ ਢੋਂਗ ਰਚਦੇ ਹੈਗੇ ਆ। ਅਸਲ ਦੇ ਵਿੱਚ ਇਹਨਾਂ ਦੇ ਅੰਦਰ ਹੈ ਨਾ ਸੇਵਾ ਨਾਂ ਦੀ ਕੋਈ ਵੀ ਕਣੀ ਨਹੀਂ ਹੁੰਦੀ ਹੈ। ਸੋ ਕਿਉਂ? ਜਿਹੜੇ ਗੁਰਮੁਖ ਪਿਆਰੇ ਹੁੰਦੇ ਆ ਉਹ ਮੁਰਦਾ ਹੋਏ ਮਰੀਦ ਨਾਲ ਗੱਲੀ ਹੋਵਣਾ, ਉਹ ਮੁਰਦਾ ਹੋ ਕੇ ਸੇਵਾ ਕਰਦੇ ਆ। ਸੇਵਕ ਕੋ ਸੇਵਾ ਬਣਾਈ, ਪਰ ਇਹ ਵੀ ਚੀਜ਼ ਇਹਨਾਂ ਤੋਂ ਕੋਹਾਂ ਦੂਰ ਜਿਹੜੀ ਹੈ ਨਾ ਹਮੇਸ਼ਾ ਰਹਿੰਦੀ ਹੈਗੀ ਆ। ਸੋ ਅੱਗੇ ਆਪਾਂ ਦੇਖਦੇ ਹਾਂ ਕਿ ਜਿਵੇਂ ਇੱਕ ਭਿੰਡਾ ਹੈਗਾ, ਉਹ ਜਿਹੜਾ ਹੈ ਨਾ ਭਿੰਡਾ ਹੈਗਾ, ਅਗਰ ਉਹ ਕੱਪੜੇ ਦੀ ਢੇਰੀ 'ਤੇ ਬੈਠ ਜਾਵੇ, ਕਹਿੰਦੇ ਕਦੀ ਉਹ ਬਜਾਜੀ ਨਹੀਂ ਬਣ ਸਕਦਾ। ਭਾਵ ਕੀ ਆ, ਇਹੋ ਜਿਹੇ ਲੋਕੀ ਚਾਹੇ ਬਹੁਤ ਸਾਰੇ ਦੀਵਾਨ ਜਿਹੜੇ ਹੈਗੇ ਸ਼ੋਅ ਕਰਨ, ਉੱਚੇ ਸਟੇਜਾਂ 'ਤੇ ਵੀ ਬੈਠਣ ਹੈ ਨਾ, ਪਰ ਕਹਿੰਦੇ ਇਹ ਕਿਸ ਤਰ੍ਹਾਂ ਦੇ ਹੁੰਦੇ, ਜਿਵੇਂ ਭਿੰਡੇ ਦੀ ਨਿਆਈ ਹੁੰਦੇ ਆ। ਭਿੰਡਾ ਅਗਰ ਕੱਪੜਿਆਂ ਦੇ ਢੇਰ 'ਤੇ ਬਹਿ ਜਾਵੇ ਕਦੀ ਬਜਾਜੀ ਨਹੀਂ ਕਹਾ ਸਕਦਾ। ਅਤੇ ਦੂਸਰਾ ਕੀ ਹੁੰਦਾ ਹੈ, ਕਹਿੰਦੇ ਇੱਕ ਕੂਕਰ ਹੁੰਦਾ ਹੈ, ਕੁੱਤਾ ਹੁੰਦਾ ਹੈ, ਅਗਰ ਕੁੱਤੇ ਦੇ ਗਲ ਦੇ ਵਿੱਚ ਕੋਈ ਬਾਸਣੀ ਪਾ ਦੇਵੇ ਹੈ ਨਾ, ਅਤੇ ਕਹਿੰਦੇ ਕੁੱਤਾ ਕਦੀ ਸੁਨਿਆਰਾ ਨਹੀਂ ਬਣ ਸਕਦਾ। ਬਸ ਇਹੋ ਹਿਸਾਬ ਜਿਹੜੇ ਹੈ ਨਾ ਇਹ ਕੱਚੇ ਗੁਰੂਆਂ ਦਾ ਹੁੰਦਾ ਹੈ। ਅੱਗੇ ਕੀ ਹੁੰਦਾ ਹੈ ਕਿ ਜਿਵੇਂ ਬਾਂਦਰ ਹੈ, ਅਗਰ ਬਾਂਦਰ ਦੇ ਗਲ ਦੇ ਵਿੱਚ ਰਤਨਮਣੀ ਪਾ ਦਿਓ ਹੈ ਨਾ, ਅਤੇ ਕਹਿੰਦੇ ਉਹ ਕਦੀ ਜੌਹਰੀ ਨਹੀਂ ਬਣ ਸਕਦਾ। ਬਸ ਇਹੋ ਹਿਸਾਬ ਹੈਗਾ।
ਭਾਵ ਕੀ ਹੈ ਕਿ ਜਿੰਨਾ ਮਰਜ਼ੀ ਭੇਖ ਜਿਹੜਾ ਹੈ ਇਹ ਕਰ ਲੈਣ, ਪਰ ਅਸਲ ਦੇ ਵਿੱਚ ਭੇਖ ਤਾਂ ਕੇਵਲ ਭੇਖ ਹੀ ਰਹਿ ਜਾਂਦਾ ਹੈਗਾ। ਜਿਵੇਂ ਗਧੇ ਦੇ ਉੱਤੇ ਸ਼ੇਰ ਦੀ ਖੱਲ ਪਾਉਣ ਨਾਲ ਗਧਾ ਜਿਹੜਾ ਹੈ ਨਾ ਕਦੀ ਹਿੰਗੜੋਂ ਨਹੀਂ ਹਟ ਸਕਦਾ। ਸੋ ਅੱਗੇ ਕੀ ਹੁੰਦਾ ਹੈ, ਜੇ ਗਧਾ ਹੈ ਤੇ ਗਧੇ ਨੂੰ ਅਗਰ ਚੰਦਨ ਗਧੇ ਤੇ ਲੱਦ ਦਈਏ ਤੇ ਗਧਾ ਜਿਹੜਾ ਹੈ ਨਾ ਕਦੀ ਗਾਂਧੀ ਗਾਜ ਨਹੀਂ ਬਣ ਸਕਦਾ ਚੰਦਨ ਲੱਦਣ ਦੇ ਨਾਲ। ਸ਼ੇਰ ਦੀ ਖੱਲ ਪਾਉਣਾ ਹੈ ਉਹ ਕਦੀ ਜਿਹੜਾ ਹੈ ਹਿੰਗੜੋਂ ਨਹੀਂ ਹਟ ਸਕਦਾ, ਬਸ ਉਹ ਗਧੀ ਦੀ ਨਿਆਈ ਹੁੰਦਾ ਹੈ। ਇਸ ਤਰ੍ਹਾਂ ਅਗਰ ਮੱਕੜੀ ਹੈਗੀ ਆ, ਮੱਕੜੀ ਅਗਰ ਮੂੰਹ ਦੇ ਵਿੱਚ ਮੱਖੀ ਪਾ ਲਵੇ ਹੈ ਨਾ ਤੇ ਕਹਿੰਦੇ ਕਦੀ ਆਪਣੇ ਆਪ ਨੂੰ ਬਾਜ ਨਹੀਂ ਕਹਾ ਸਕਦੀ ਕਿ ਮੈਂ ਬਾਜ ਬਣ ਗਈ ਹੈ। ਬਸ ਇਹੋ ਹਿਸਾਬ ਜਿਹੜਾ ਹੈਗਾ ਇਹਨਾਂ ਲੋਕਾਂ ਦਾ ਹੁੰਦਾ ਹੈਗਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹ ਜਿਹੜੇ ਸਾਰੇ ਲੱਛਣ ਹੈਗੇ ਆ ਇਹ ਕੱਚੇ ਗੁਰੂਆਂ ਦੇ ਸਾਨੂੰ ਗੁਰਬਾਣੀ ਨੇ ਸਹਿਜ ਦੇ ਵਿੱਚ ਦੱਸਿਆ, ਤਾਂ ਜੋ ਜਿਹੜੇ ਗੁਰਸਿੱਖ ਹੈਗੇ ਆ ਉਹ ਸੁਚੇਤ ਰਹਿਣ ਕੱਚੇ ਗੁਰੂਆਂ 'ਤੇ। ਜਿਵੇਂ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਸੋਹਣੀ ਅਤੇ ਮਹੀਵਾਲ ਦਾ ਜਿਹੜੀ ਪ੍ਰੀਤ ਦੀ ਕਹਾਣੀ ਆ ਉਹਦੇ ਵਿੱਚ ਸਾਨੂੰ ਇਹੋ ਹੀ ਸਿਕਸ਼ਾ ਜਿਹੜੀ ਹੈ ਉਹ ਮਿਲਦੀ ਆ ਕਿ ਜਦ ਤੱਕ ਸੋਹਣੀ ਉਹ ਪੱਕੇ ਘੜੇ ਦੇ ਉੱਤੇ ਤਰਦੀ ਰਹੀ ਹੈ ਤਦ ਤੱਕ ਉਹ ਮਹੀਵਾਲ ਨੂੰ ਮਿਲਦੀ ਰਹੀ ਆ। ਪਰ ਇੱਕ ਦਿਨ ਉਹਨੇ ਕੱਚੇ ਦਾ ਸੰਗ ਕੀਤਾ ਅਤੇ ਕੱਚੇ ਨੇ ਫਿਰ ਦੇਖੋ ਆਪਣਾ ਜਿਹੜਾ ਹੈ ਨਾ ਕੱਚ ਪੁਣਾ ਸੀਗਾ ਉਹ ਸੋਹਣੇ ਨੂੰ ਕਰਕੇ ਦਿਖਾ ਦਿੱਤਾ ਅਤੇ ਉਸ ਚਨਾਹ ਦੇ ਵਿੱਚ ਸਦਾ ਦੀ ਨੀਂਦ ਛੜਾ ਦਿੱਤਾ ਸੀਗਾ। ਭਾਵ ਕੀ ਆ, ਕੱਚੇ ਦੇ ਨਾਲ ਪ੍ਰੀਤੀ ਇੱਕ ਦਿਨ ਦੀ ਜਿਹੜੀ ਹੈ ਨਾ ਕਿੱਥੇ ਦੀ ਕਿੱਥੇ ਲੈ ਜਾਂਦੀ। ਇਸ ਕਰਕੇ ਗੁਰਸਿੱਖ ਜਿਹੜੇ ਹਨ ਨਾ ਹਮੇਸ਼ਾ ਸੁਰਤ ਦੇ ਵਿੱਚ ਜਾਗਦੇ ਆ। ਇਸੇ ਕਰਕੇ ਗੁਰਬਾਣੀ ਨੇ ਕਿਹਾ ਹੈ ਕਿ ਮੰਨੇ ਮਗ ਨਾ ਚੱਲੇ ਪੰਥ, ਕਿ ਮੰਨਣ ਵਾਲੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਨੂੰ ਮੰਨਣ ਵਾਲੇ ਉਹ ਕਿਸੇ ਵੀ ਦੀ ਗੱਲ ਦੇ ਵਿੱਚ ਕਿਸੇ ਦੇ ਮਗਰ ਕਿਸੇ ਹੋਰ ਰਸਤੇ ਦੇ ਪਿੱਛੇ ਨਹੀਂ ਤੁਰਦੇ। ਕੇਵਲ ਅਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਦੱਸੇ ਹੋਏ ਅਸੂਲ ਆ, ਨਿਯਮ ਆ, ਕਾਨੂੰਨ ਆ ਜਾਂ ਬਾਣੀ ਦੇ ਦੱਸੇ ਹੋਏ ਹੁਕਮ ਹਨ, ਉਹਨਾਂ ਹੁਕਮਾਂ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਦੇ ਆ, ਉਹਨਾਂ ਨੂੰ ਕਮਾਉਂਦੇ ਆ ਅਤੇ ਉਹਨਾਂ ਦੇ ਚੱਲਦੇ ਹੈਗੇ ਆ। ਕਿਸੇ ਦੂਸਰੇ ਕੱਚੇ ਬੰਦੇ ਦਾ ਕਦੀ ਸਾਥ ਨਹੀਂ ਦਿੰਦੇ, ਨਾ ਉਹਨਾਂ ਦਾ ਸੰਗ ਕਰਦੇ ਆ, ਨਾ ਉਹਨਾਂ ਦੀ ਬਾਣੀ ਸੁਣਦੇ ਆ। ਕੇਵਲ ਅਤੇ ਕੇਵਲ ਉਹ ਬਾਣੀ ਸੁਣਦੇ ਆ ਜਿਹੜੀ ਬਾਣੀ ਸੁਹਾਗਣਾ ਦੀ ਹੈਗੀ ਹੈ, ਜਿਨ੍ਹਾਂ ਨੇ ਪਾਰ ਬ੍ਰਹਮ ਪਰਮੇਸ਼ਰ ਨੂੰ ਆਪਣੇ ਚਿੱਤ ਦੇ ਵਿੱਚ ਵਸਾ ਲਿਆ ਹੈਗਾ। ਭਾਵ ਕੀ ਆ ਕਿ ਪੂਰੇ ਸਤਿਗੁਰਾਂ ਤੋਂ ਜਿਹੜੇ ਵਰਸੋਏ ਹੋਏ ਗੁਰਸਿੱਖ ਹੈਗੇ ਆ। ਇਹ ਜਿਹੜੇ ਗੁਰਸਿੱਖ ਹਨ ਅਸਲ ਦੇ ਵਿੱਚ ਇਹੀ ਇਹਨਾਂ ਦੇ ਮਿੱਤਰ ਹੁੰਦੇ ਆ। ਪਰ ਅਗਰ ਇਨਸਾਨ ਨਾ ਸਮਝੇ ਫਿਰ ਵੀ ਇਹਨਾਂ ਕੱਚੇ ਗੁਰੂਆਂ ਦੇ ਉੱਤੇ ਭਰੋਸਾ ਕਰ ਲਵੇ, ਇਹਨਾਂ ਦੇ ਨਾਲ ਆਪਣੀ ਗਾਂਢੀ ਜੋੜ ਲਵੇ, ਤਾਂ ਗਾਂਢੀ ਜੋੜਨ ਦਾ ਨਤੀਜਾ ਕਿਸ ਤਰ੍ਹਾਂ ਹੁੰਦਾ ਹੈ। ਦੇਖੋ, ਜਿਵੇਂ ਆਪਣੇ ਘਰ ਦੇ ਵਿਹੜੇ ਦੇ ਅੰਦਰ ਕੋਈ ਗੁਆਂਢੀ ਦਾ ਬੱਚਾ ਆ ਜਾਵੇ ਖੇਲਣ ਵਾਸਤੇ, ਪਰ ਗੁਆਂਢੀਆਂ ਦਾ ਬੱਚਾ ਹੁਣ ਘਰ ਦੇ ਵਿਹੜੇ 'ਚ ਖੇਡ ਰਿਹਾ ਹੈਗਾ, ਅਤੇ ਜੇ ਅਸੀਂ ਗੁਆਂਢੀਆਂ ਦੇ ਬੱਚੇ 'ਤੇ ਮਾਣ ਕਰ ਲਈਏ, ਅਗਰ ਅਸੀਂ ਕਿਸੇ ਚੀਜ਼ ਦਾ ਮਾਣ ਕਰੀਏ ਤਾਂ ਇਹ ਜਿਹੜਾ ਗੁਆਂਢੀ ਦੇ ਬੱਚੇ 'ਤੇ ਕੀਤਾ ਮਾਣ ਹੈ ਨਾ, ਇਹ ਝੂਠਾ ਮਾਣ ਹੁੰਦਾ ਹੈਗਾ, ਇਹਦੀ ਅਸਲੀਅਤ ਨਹੀਂ ਹੁੰਦੀ। ਇਸੇ ਤਰ੍ਹਾਂ ਕੱਚੇ ਗੁਰੂ ਦੇ ਉੱਤੇ ਮਾਣ ਕਰ ਲੈਣਾ, ਕੱਚੇ ਗੁਰੂ ਦੀ ਜਿਹੜੀ ਹੈ ਨਾ ਉਹ ਖੁਸ਼ਾਮਦ ਕਰ ਦੇਣੀ ਆ, ਵਿਸ਼ੇਸ਼ਤਾ ਕਰ ਦੇਣੀ ਆ, ਉਹਦੇ ਗੁਣ ਗਾ ਦੇਣੇ ਆ। ਇਹ ਇਸ ਤਰ੍ਹਾਂ ਹੈਗਾ ਜਿਵੇਂ ਇੱਕ ਗੁਆਂਢੀ ਦਾ ਬੱਚਾ ਘਰ ਦੇ ਵਿੱਚ ਆ ਕੇ ਖੇਲੇ ਅਤੇ ਉੱਤੇ ਮਾਣ ਕਰ ਦੇਣਾ। ਬਸ ਇਹ ਜਿਹੜੀ ਚੀਜ਼ ਹੈ ਨਾ ਇਹ ਝੂਠੀ ਸਾਬਤ ਹੁੰਦੀ ਆ। ਅੱਗੇ ਕੀ ਹੁੰਦਾ, ਜਿਵੇਂ ਬੈਂਕ ਦਾ ਕੈਸ਼ੀਅਰ ਹੈਗਾ ਕਿ ਉਹਦੇ ਹੱਥਾਂ ਦੇ ਵਿੱਚ ਹੈ ਨਾ ਭਾਵੇਂ ਰੋਜ਼ ਦੇ ਸੈਂਕੜੇ ਰੁਪਈਏ ਨਿਕਲਦੇ ਆ, ਪਰ ਇੰਨੇ ਰੁਪਈਏ ਹੱਥਾਂ ਦੇ ਵਿੱਚ ਕੈਸ਼ ਜਿਹੜਾ ਹੈਗਾ ਉਹਦੇ ਹੱਥੋਂ ਚੱਲਦਾ ਹੈਗਾ, ਪਰ ਇਹ ਪੈਸਿਆਂ ਦਾ ਲੈਣ ਦੇਣ ਜਦ ਕੈਸ਼ੀਅਰ ਕਰਦਾ ਹੈ ਨਾ, ਪਰ ਇੰਨਾ ਲੈਣ ਦੇਣ ਹੋਣ ਦੇ ਬਾਵਜੂਦ ਵੀ ਉਹ ਕਦੀ ਅਮੀਰ ਨਹੀਂ ਹੋ ਸਕਦਾ। ਬਸ ਇਸੇ ਤਰ੍ਹਾਂ ਇਹ ਜਿਹੜੇ ਹਨ ਕੱਚੇ ਗੁਰੂਆਂ ਤੱਕ ਕੀਤਾ ਭਰੋਸਾ ਹੁੰਦਾ। ਭਾਵ ਕੀ ਆ, ਕੱਚੇ ਗੁਰੂ ਇੱਕ ਨਹੀਂ, ਭਾਵੇਂ ਤੁਹਾਨੂੰ ਸੈਂਕੜੇ ਜਿਹੜੇ ਹਨ ਕਈ ਤਰ੍ਹਾਂ ਦੇ ਉਹ ਉਦਾਹਰਨ ਦੇਣ, ਕਈ ਤਰ੍ਹਾਂ ਦੇ ਆਪਣੀਆਂ ਗੱਲਾਂ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰਨ, ਬੜੇ ਸਿਆਣੇ ਬਣ ਕੇ ਤੁਹਾਨੂੰ ਦੱਸਣ, ਪਰ ਜਿਸ ਤਰ੍ਹਾਂ ਕੈਸ਼ੀਅਰ ਦੇ ਹੱਥਾਂ ਦੇ ਵਿੱਚ ਲੱਖਾਂ ਰੁਪਈਆ ਆਉਂਦਾ ਪਰ ਅਮੀਰ ਨਹੀਂ ਹੋ ਸਕਦਾ, ਇਸ ਤਰ੍ਹਾਂ ਦੇ ਕੱਚੇ ਗੁਰੂਆਂ ਦੇ ਜਿਹੜੇ ਪ੍ਰਵਚਨਾਂ 'ਤੇ ਭਰੋਸੇ ਹਨ ਉਹ ਵੀ ਕੱਚੇ ਹੀ ਹੁੰਦੇ ਆ, ਅਤੇ ਉਹਦਾ ਇੱਕ ਤਿਲ ਮਾਤਰ ਵੀ ਲਾਭ ਜਿਹੜਾ ਹੈ ਨਾ ਉਸ ਭਰੋਸੇ ਵਾਲੇ ਨੂੰ ਕਦੀ ਪ੍ਰਾਪਤ ਨਹੀਂ ਹੋ ਸਕਦਾ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਜਿਵੇਂ ਖੇਤ ਦਾ ਇੱਕ ਰਾਖਾ ਹੁੰਦਾ ਹੈਗਾ। ਹੁਣ ਦੇਖੋ, ਖੇਤ ਦਾ ਰਾਖਾ ਹੁਣ ਖੇਤ ਦੀ ਰਾਖੀ ਕਰਦਾ। ਜੇ ਅਸੀਂ ਕਹਿ ਦਈਏ ਕਿ ਉਹ ਖੇਤ ਦਾ ਰਾਖਾ ਕਦੀ ਕਿਸਾਨ ਬਣ ਜਾਵੇ ਜਾਂ ਉਸ ਖੇਤ ਦਾ ਜ਼ਮੀਨ ਦਾ ਮਾਲਕ ਬਣ ਜਾਵੇ ਤਾਂ ਕਦੀ ਹੋ ਨਹੀਂ ਸਕਦਾ। ਬਸ ਇਸੇ ਤਰ੍ਹਾਂ ਕੱਚੇ ਗੁਰੂਆਂ 'ਤੇ ਭਰੋਸਾ ਕਰਨਾ ਵੀ ਇਸੇ ਤਰ੍ਹਾਂ ਹੈਗਾ, ਉਹ ਖੇਤ ਦੇ ਰਾਖੇ ਦੀ ਤਰ੍ਹਾਂ ਹੈਗੀ ਆ। ਜਿਵੇਂ ਖੇਤ ਦਾ ਰਾਖਾ ਕੇਵਲ ਰਾਖੀ ਕਰਦਾ, ਉਹ ਮਾਲਕ ਨਹੀਂ ਹੋ ਸਕਦਾ, ਮਲਕੀਅਤ ਨਹੀਂ ਹੋ ਸਕਦਾ। ਇਸੇ ਤਰ੍ਹਾਂ ਕੱਚੇ ਗੁਰੂ ਜਿਹੜੇ ਹੈਗੇ ਆ
ਉਹਨਾਂ 'ਤੇ ਭਰੋਸਾ ਕਰਨ ਵਾਲੇ ਜਿਹੜੇ ਲੋਕੀ ਹੈਗੇ ਉਹਨਾਂ ਦੀ ਹਾਲਤ ਵੀ ਇਸੇ ਤਰ੍ਹਾਂ ਜਿਹੜਾ ਨਾ ਖੇਤ ਦੇ ਰਾਖੇ ਦੀ ਤਰ੍ਹਾਂ ਰਹਿੰਦੀ। ਭਾਵ ਕੀ ਆ ਕਿ ਉਹ ਜੈਸੇ ਥੇ ਵੈਸੇ ਹੀ ਰਹਿੰਦੇ ਆ, ਉਹਨਾਂ ਦੇ ਜੀਵਨ ਦੇ ਵਿੱਚ ਕਦੀ ਵੀ ਪਰਿਵਰਤਨ ਨਹੀਂ ਆ ਸਕਦਾ। ਇਸੇ ਤਰ੍ਹਾਂ ਅਸੀਂ ਕਿਰਾਏ ਦਾ ਮਕਾਨ ਦੀ ਗੱਲ ਕਰਦੇ ਹਾਂ। ਹੁਣ ਅਗਰ ਕੋਈ ਕਿਰਾਏ ਦੇ ਮਕਾਨ 'ਤੇ ਰਹਿ ਰਿਹਾ, ਅਗਰ ਉਹ ਕਿਰਾਏ ਦੇ ਮਕਾਨ ਨੂੰ ਆਪਣੀ ਮਲਕੀਅਤ ਸਮਝ ਲਏ, ਆਪਣੇ ਆਪ ਨੂੰ ਉਹਦਾ ਮਾਲਕ ਸਮਝੇ, ਤਾਂ ਫਿਰ ਉਹਦੇ ਵਾਸਤੇ ਕੇਵਲ ਤੇ ਕੇਵਲ ਧੋਖਾ, ਛਲ, ਫਰੇਬ ਹੀ ਹੈ। ਕਿਉਂਕਿ ਅਗਰ ਜਿਸ ਦਿਨ ਉਹ ਅਸਲੀ ਜਿਹੜਾ ਹੈ ਮਕਾਨ ਦਾ ਮਾਲਕ ਉਹਦੇ ਕੋਲ ਆਏਗਾ ਅਤੇ ਉਹਨੂੰ ਹਿਸਾਬ ਦੇ ਕੇ ਜਿਹੜਾ ਹੈ ਨਾ ਕਦੀ ਵੀ ਉਸ ਮਕਾਨ ਤੋਂ ਵੱਖਰਾ ਕਰ ਸਕਦਾ ਹੈ। ਇਸੇ ਤਰ੍ਹਾਂ ਜਿਹੜਾ ਹੈ ਨਾ ਕੱਚੇ ਗੁਰੂ 'ਤੇ ਭਰੋਸਾ ਕੀਤਾ, ਉਹ ਵੀ ਕਿਰਾਏ ਦੇ ਇਹ ਮਕਾਨ ਦੇ ਵਿੱਚ ਰਹਿਣ ਵਾਲੀ ਗੱਲ ਹੈਗੀ ਆ। ਭਾਵ ਕੀ ਹੈ ਕਿ ਕੱਚੇ ਗੁਰੂਆਂ ਦੇ ਨਾਲ ਜਿੰਨੀ ਵੀ ਸਾਂਝ ਵਾ ਉਹ ਕੱਚੀ ਹੁੰਦੀ ਹੈ। ਅਤੇ ਇਸੇ ਕਰਕੇ ਸਾਨੂੰ ਗੁਰਬਾਣੀ ਨੇ ਬਹੁਤ ਸੁਚੇਤ ਕੀਤਾ ਹੈਗਾ ਕਿ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਬਖਾਣੀ, ਚਿੱਤ ਜਿਨ ਕਾ ਹਰ ਲਿਆ ਮਾਇਆ ਬੋਲਣ ਪੈ ਰਵਾਣੀ। ਕਹੇ ਨਾਨਕ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ। ਸਭ ਕੱਚੀ, ਕੱਚਿਆਂ ਦੇ ਨੇ ਜਿਹੜੇ ਹਨ ਉਹ ਕੱਚ ਹੀ ਕਮਾਉਣਾ ਹੁੰਦਾ ਹੈ, ਅਤੇ ਕੱਚ ਕਮਾਇਆ ਕਦੀ ਵੀ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਹੁੰਦਾ। ਭਾਵ ਕੀ ਆ ਕਿ ਉਹਦੀ ਇੱਕ ਤਿਲ ਮਾਤਰ ਵੀ ਕਦਰ ਨਹੀਂ ਪੈਂਦੀ। ਇਸੇ ਕਰਕੇ ਗੁਰਸਿੱਖਾਂ ਨੂੰ ਕੱਚੇ ਗੁਰੂ ਦੇ ਉੱਤੇ ਕੀਤਾ ਭਰੋਸਾ ਜਿਹੜਾ ਹੈ ਨਾ ਉਹਨਾਂ ਦਾ ਕਿੱਡਾ ਭਾਰੀ ਨੁਕਸਾਨ ਕਰ ਸਕਦਾ ਹੈ। ਇਹ ਮਨੁੱਖਾ ਦੇਹੀ ਜਿਹੜੀ 184 ਜੂਨਾਂ ਤੋਂ ਬਾਅਦ ਪ੍ਰਾਪਤ ਹੋਈ ਆ, ਅਗਰ ਇਸ ਮਨੁੱਖਾ ਦੇਹੀ ਦੇ ਅੰਦਰ ਕੋਈ ਵੀ ਪ੍ਰਾਣੀ ਕਿਸੇ ਕੱਚੇ ਗੁਰੂ ਦੇ ਨਾਲ ਸਾਂਝ ਬਣਾ ਲਵੇ ਤਾਂ ਬਸ ਇਸ ਤਰ੍ਹਾਂ ਕਹਿ ਲਓ ਕਿ ਉਹਦਾ ਅਨਮੋਲਾ ਜਨਮ ਜਿਹੜਾ ਹੈ ਨਾ ਉਹ ਵੀ ਖਰਾਬ ਹੋ ਗਿਆ ਹੈ, ਉਹਦਾ ਲੋਕ ਵੀ ਖਰਾਬ ਹੋ ਗਿਆ ਹੈ ਅਤੇ ਪਰਲੋਕ ਵੀ ਖਰਾਬ ਹੋਇਆ ਹੈ। ਇਸੇ ਕਰਕੇ ਜੇ ਅਗਰ ਜੁੜਨਾ ਹੈ ਤਾਂ ਸਾਨੂੰ ਪੱਕੀ ਬਾਣੀ, ਪੱਕੇ ਗੁਰੂ ਦੇ ਨਾਲ ਜੁੜਨਾ ਅਤੇ ਪੱਕੇ ਗੁਰੂ 'ਤੇ ਭਰੋਸਾ ਕਰਨਾ ਪਵੇਗਾ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਗੁਰਸਿੱਖਾਂ ਨੂੰ ਇਹ ਹੁਕਮ ਕੀਤਾ ਕਿ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਵਾਣੀ। ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੋ ਸਾਰੰਗ ਪਾਣੀ। ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਤਾਂ ਜਾ ਕੇ ਸਾਡਾ ਬਚਾਅ ਹੋ ਸਕਦਾ ਹੈਗਾ। ਸਾਡਾ ਇਹ ਫਿਰ ਲੋਕ ਵੀ ਸਹੇਲਾ ਹੋ ਜਾਏਗਾ, ਪਰਲੋਕ ਵੀ ਸਹੇਲਾ ਹੋ ਜਾਏਗਾ। ਸਾਡਾ ਜਨਮ ਮਰਨ ਵੀ ਕੱਟਿਆ ਜਾਏਗਾ। ਅਸੀਂ ਉਸ ਆਨੰਦ ਵਿੱਚ, ਉਸ ਬੇਪਰਵਾਹੀ ਦੇ ਵਿੱਚ, ਉਸ ਚਿੰਤਾ ਰਹਿਤ ਬੇਗਮ ਸ਼ਹਿਰ ਦੇ ਵਾਸੀ ਜਿਹੜੇ ਹਨ ਸਦਾ ਲਈ ਬਣ ਜਾਵਾਂਗੇ। ਸੋ ਇੰਨੇ ਵਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।